ਵਾਰ 18ਵੀਂ ਪੌੜੀ ਨਾਵੀਂ। ਲੱਖ ਦਰਿਆਓ ਕਵਾਓ ਵਿੱਚ ਅਤ ਅਸਗਾ ਅਥਾ ਵਹੰਦੇ ਆਦ ਨ ਅੰਤ ਬੇਅੰਤ ਹੈ ਅਗੰਮ ਅਗੋਚਰ ਫੇਰ ਫਿਰੰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੱਖ ਦਰਿਆਓ ਕਵਾਓ ਵਿੱਚ ਅਤ ਅਸਗਾ ਅਥਾ ਵਹੰਦੇ। 9ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਹੁਣ ਇੱਕ ਪਰਮਾਤਮਾ ਦੀ ਜੋ ਚਲਾਈ ਜੋ ਬਣਾਈ ਹੋਈ ਇਹ ਕੁਦਰਤ ਹੈ, ਇਹ ਕੁਦਰਤ ਦੇ ਵਿੱਚ ਜੋ ਕੁਝ ਹੋ ਰਿਹਾ ਹੈ, ਡੇ ਟੂ ਡੇ ਜੋ ਕੁਝ ਹੋ ਰਿਹਾ ਹੈ, ਹਰ ਇੱਕ ਦਿਨ, ਹਰ ਇੱਕ ਸਮੇਂ, ਹਰ ਇੱਕ ਸੈਕਿੰਡ ਦੇ ਵਿੱਚ ਜੋ ਕੁਝ ਹੁੰਦਾ ਹੈ, ਜੋ ਵਾਤਾਵਰਨ ਵਰਤਦਾ ਹੈ, ਜੋ ਆਪਾਂ ਅੱਜ ਵੀ ਜਾਣਦੇ ਹਾਂ ਕਿ ਸੰਸਾਰ ਦੇ ਜੋ ਕੰਮ ਕਰਨ ਦੇ ਤਰੀਕੇ ਨੇ, ਜੋ ਪੜ੍ਹਾਈ ਕਰਨ ਦੇ ਤਰੀਕੇ ਨੇ, ਜਾਂ ਕੋਈ ਵੀ ਜਿਹੜਾ ਤਰੀਕਾ ਹੈ ਟਰੈਵਲਿੰਗ ਦਾ ਤਰੀਕਾ ਹੋਇਆ, ਸਫ਼ਰ ਕਰਨ ਦਾ ਤਰੀਕਾ, ਸਾਰੇ ਜਿਹੜੇ ਹਨ ਛੋਟੇ ਸਮੇਂ ਵਿੱਚ ਹੋਣ ਲੱਗ ਪਏ। ਜਿਹੜੇ ਲੰਮੇ ਸਮਿਆਂ ਦੇ ਵਿੱਚ ਕੰਮ ਹੋਇਆ ਕਰਦੇ ਸਨ ਅੱਜ ਬਹੁਤ ਛੇਤੀ ਹੋਣ ਲੱਗ ਪਏ। ਸੋ ਜਿਹੜੇ ਕਿ ਕਮਿਊਨੀਕੇਸ਼ਨ ਲੈ ਲਓ ਹੈਂਡਫੋਨਸ ਦੇ ਰਾਹੀਂ, ਹਾਂਜੀ, ਸੋ ਉਹਦੇ ਨਾਲ WhatsApp ਹੋ ਗਏ ਜੀ, ਈਮੇਲਸ ਹੋ ਗਏ, ਕਿੰਨਾ ਕੁਝ ਆ ਗਿਆ। ਇਹ ਸਾਰਾ ਜਿਹੜਾ ਹੈ ਕੰਮਕਾਰਾਂ ਨੂੰ ਜਿਹੜਾ ਹੈ ਇੰਨਾ ਛੇਤੀ ਕਰ ਦਿੱਤਾ, ਬੰਦਾ ਗੱਡੀ ਵਿੱਚ ਬੈਠਾ ਸਫ਼ਰ ਕਰਦਿਆਂ ਹੋਇਆ ਵੀ ਕੰਮ ਕਰੀ ਜਾਂਦਾ ਹੈ। ਸੋ ਇਹ ਸਾਰਾ ਸਮਾਂ ਜਿਹੜਾ ਹੈ ਇੱਕ ਕੰਪਰੈਸਡ ਹੋ ਗਿਆ। ਜਿਵੇਂ ਸਤਯੁਗ ਦੇ ਵਿੱਚ ਉਮਰਾਂ ਭਾਵੇਂ 1 ਲੱਖ ਸਾਲ ਦੀ 100,000 ਦੀ ਹੋਇਆ ਕਰਦੀ ਸੀ, ਤ੍ਰੇਤੇ ਵਿੱਚ 10,000 ਈਅਰਸ ਦੀ ਹੋਇਆ ਕਰਦੀ ਸੀ ਉਮਰ, ਤੇ ਅੱਗੇ ਦੁਆਪਰ ਦੇ ਵਿੱਚ 1000 ਸਾਲ ਦੀ ਉਮਰ 1000 ਈਅਰਸ ਦੀ ਉਮਰ ਹੋਇਆ ਕਰਦੀ ਸੀ। ਕੁਦਰਤ ਦੇ ਜਿਹੜਾ ਹਨ ਇਸ ਕੁਦਰਤ ਦੇ ਰੰਗ ਦੇਖੋ, ਕਲਯੁਗ ਦੇ ਸਮੇਂ ਦੇ ਵਿੱਚ ਕੇਵਲ 100 ਸਾਲ ਦੀ ਉਮਰ ਰਹਿ ਗਈ। ਹੁਣ ਦੇਖੋ ਉਹ ਕੰਮ ਜਿਹੜਾ ਕਿ ਕਿਸੇ ਨੇ 1 ਲੱਖ ਸਾਲਾਂ ਵਿੱਚ ਕਰਨਾ ਸੀ, ਇਹ ਯੁੱਗ ਵਿੱਚ ਉਹਨੇ 100 ਸਾਲਾਂ ਦੇ ਵਿੱਚ ਕਰਨਾ ਹੈ। ਸੋ ਇੰਨਾ ਜਿਹੜਾ ਹੈ ਫਰਕ ਰੇਸ਼ੀਓ ਪਿਆ ਹੈ। ਸੋ ਉਨਾ ਹੀ ਜ਼ਿੰਦਗੀ ਦੇ ਜਿਹੜੇ ਹਨ ਪਲ ਜਿਹੜੇ ਹਨ ਉਨੇ ਛੇਤੀ ਬੀਤਦੇ ਨੇ, ਐਕਸਪੈਕਟੇਸ਼ਨ ਜਿਹੜਾ ਹੁੰਦਾ ਹੈ ਉਨਾ ਹੀ ਜ਼ਿਆਦਾ ਛੇਤੀ ਹੋ ਗਿਆ। ਸੋ ਇੱਥੇ ਭਾਈ ਗੁਰਦਾਸ ਜੀ ਕਹਿੰਦੇ ਹਨ, ਦੇਖੋ ਕੁਦਰਤ ਵੱਲ ਜਿੰਨੀਆਂ ਵੀ ਚੀਜ਼ਾਂ ਪਰਮਾਤਮਾ ਨੇ ਬਣਾਈਆਂ ਉਹਨਾਂ ਦੀ ਰਫ਼ਤਾਰ ਜਿਹੜੀ ਹੈ ਪਹਿਲਾਂ ਆਦਿ ਕਾਲ ਤੋਂ ਹੀ ਐਸੀ ਰਹੀ ਹੈ, ਸਿਰਫ ਮਨੁੱਖ ਉਹਨੂੰ ਕੈਚਅਪ ਕਰ ਰਿਹਾ ਹੈ। ਕਲਯੁਗ ਦੇ ਸਮੇਂ ਤੱਕ ਆ ਕੇ ਆਪਾਂ ਕਾਫੀ ਕੈਚਅਪ ਕਰ ਚੁੱਕੇ ਹਾਂ, ਪਰ ਕਹਿੰਦੇ ਇਹ ਤਾਂ ਅੱਗੇ ਤੋਂ ਅੱਗੇ ਹੋਰ ਵੀ ਵਧਣੀ ਹੈ, ਇਹਦੀ ਸਪੀਡ ਤਾਂ ਵਧੇਗੀ, ਕਿਉਂਕਿ ਕਾਲ ਹੈ, ਸਮਾਂ ਹੈ, ਇਹਨੇ ਬੀਤਣਾ ਹੈ। ਸੋ ਇਸ ਕਰਕੇ ਜਿਵੇਂ ਖੁਸ਼ੀ ਵਿੱਚ ਬੰਦੇ ਨੂੰ ਸਮਾਂ ਬਹੁਤ ਛੋਟਾ ਲੱਗਦਾ ਹੈ, ਦੁੱਖ ਦੇ ਵਿੱਚ ਸਮਾਂ ਲੰਮਾ ਹੋ ਜਾਂਦਾ ਹੈ, ਬੰਦਾ ਕਹਿੰਦਾ ਵੀ ਸਮਾਂ ਬੀਤਦਾ ਹੀ ਨਹੀਂ। ਸੋ ਖੁਸ਼ੀ ਵਿੱਚ ਪਤਾ ਹੀ ਨਹੀਂ ਲੱਗਦਾ ਸਮਾਂ ਕਦੋਂ ਬੀਤ ਗਿਆ। ਸੋ ਇਹ ਸਾਰਾ ਇੱਕ ਇਮੋਸ਼ਨ ਜਿਹੜੇ ਹੁੰਦੇ ਨੇ ਉਹ ਸਮੇਂ ਨੂੰ ਮਾਪਣ ਦੇ ਵਿੱਚ ਕੰਮ ਕਰਦੇ ਨੇ। ਸੋ ਭਾਈ ਗੁਰਦਾਸ ਜੀ ਨਾਲ ਆਪਾਂ ਸਮਝਾ ਰਹੇ ਨੇ, ਦੇਖੋ ਕੁਦਰਤ ਵੀ ਆਪਣੇ ਹਿਸਾਬ ਨਾਲ ਕੁਦਰਤ ਦੀ ਵੀ ਉਮਰ ਬਤੀਤ ਹੋ ਰਹੀ ਹੈ। ਜਿਵੇਂ ਇਨਸਾਨ ਦੀ ਗੁਜ਼ਰਾਂ ਹਨ ਬੀਤਦੀ ਹੈ, ਇਸੇ ਤਰ੍ਹਾਂ ਇਹ ਕੁਦਰਤ ਦੀ ਵੀ ਉਮਰ ਬੀਤਦੀ ਜਾ ਰਹੀ ਹੈ। ਇਹ ਕਿਸ ਤਰ੍ਹਾਂ ਹੋ ਰਿਹਾ ਹੈ ਭਾਈ ਗੁਰਦਾਸ ਜੀ ਦੱਸ ਰਹੇ ਹਨ। ਲੱਖ ਦਰਿਆਓ ਕਵਾਓ ਵਿੱਚ, ਦੇਖੋ ਇਹ ਲੱਖਾਂ ਹੀ ਦਰਿਆਓ, ਲੱਖਾਂ ਹੀ ਜਿਹੜੇ ਹਨ ਵੱਡੇ ਨਾਲੇ, ਵੱਡੇ ਦਰਿਆ ਜਿਹੜੇ ਹਨ, ਇਹ ਲੱਖਾਂ ਦੇ ਲੱਖਾਂ ਜਿਹੜੇ ਹਨ ਬਣ ਗਏ। ਸਿਰਫ ਇੱਕ ਕਵਾਓ, ਇੱਕ ਸ਼ਬਦ ਜੋ ਉਚਾਰਨ ਹੋਇਆ ਉਹਦੇ ਨਾਲ ਲੱਖਾਂ ਦਰਿਆ। ਹੁਣ ਦਰਿਆ ਦੀ ਗੱਲ ਬੜੀ ਵਾਰੀ ਭਾਈ ਗੁਰਦਾਸ ਨੇ ਕੀਤੀ, ਕਿਉਂਕਿ ਜਿੱਥੇ ਪਾਣੀ ਹੁੰਦਾ ਹੈ ਉੱਥੇ ਉਪਜੀਵਕਾ ਹੁੰਦੀ ਹੈ। ਜਿੰਨੇ ਵੀ ਸਿਵਲਾਈਜੇਸ਼ਨ ਹੋਏ ਨੇ ਪ੍ਰੀਮਿਟਿਵ ਟਾਈਮ ਤੋਂ ਲੈ ਕੇ ਹੁਣ ਤੱਕ, ਤੇ ਉਹਨਾਂ ਦਾ ਵਸੀਲਾ ਕੀ ਹੁੰਦਾ ਸੀ, ਜਿੱਥੇ ਪਾਣੀ ਹੋਇਆ ਕਰਦਾ ਸੀਗਾ ਉੱਥੇ ਜਿਹੜਾ ਹੈ ਵਸੇਰਾ ਬੰਦਿਆਂ ਦਾ ਲੱਗਦਾ ਸੀ, ਉੱਥੇ ਪਿੰਡ ਸ਼ਹਿਰ ਬਣੇ ਹਨ ਜੇ ਨਦੀਆਂ ਦੇ ਆਲੇ ਦੁਆਲੇ। ਕਿਉਂਕਿ ਪਾਣੀ ਦੀ ਲੋੜ ਹੈ, ਪਾਣੀ ਤੋਂ ਬਗੈਰ ਬੰਦਾ ਜਿਉ ਨਹੀਂ ਸਕਦਾ। ਇਸ ਕਰਕੇ ਕਹਿੰਦੇ ਲੱਖਾਂ ਹੀ ਦਰਿਆਓ। ਹੁਣ ਲੱਖਾਂ ਦਰਿਆਓ ਦਾ ਮਤਲਬ ਕੀ ਹੈ, ਜਿੰਨੇ ਵੀ ਸਿਵਲਾਈਜੇਸ਼ਨ ਦੁਨੀਆ ਦੇ ਹੋਏ ਨੇ ਉਹ ਸਾਰੇ ਪਰਮਾਤਮਾ ਦੇ ਇੱਕ ਸ਼ਬਦ, ਜੋ ਪਰਮਾਤਮਾ ਨੇ ਇਹ ਸ੍ਰਿਸ਼ਟੀ ਦੀ ਸਾਜਨਾ ਕੀਤੀ ਉਹਦੇ ਨਾਲ ਹੀ ਬਣੇ ਹਨ। ਅਤ ਅਸਗਾ ਅਥਾ ਵਹੰਦੇ। ਹਾਂ ਦੇਖੋ ਇਹ ਜਿਹੜੇ ਦਰਿਆਓ ਨੇ ਅਤ ਅਸਗਾ ਬੜੇ ਡੂੰਘੇ ਨੇ, ਬਹੁਤ ਡੂੰਘੇ ਦਰਿਆ ਹਨ ਇਹ ਜਿਹੜੇ ਵਗਦੇ ਹਨ। ਅਥਾ ਇਹਨਾਂ ਦਾ ਜਿਹੜਾ ਹੈ, ਜਿਹੜਾ ਆਪਾਂ ਕਹਿ ਦਈਏ ਵੀ ਬੈਂਕ ਟੂ ਅਨਦਰ ਬੈਂਕ ਜਿਹੜੀ ਹੁੰਦੀ ਆ, ਇਹਨਾਂ ਦੇ ਕਿਨਾਰੇ ਜਿਹੜੇ ਹਨ ਅਥਾ ਬਹੁਤ ਦੂਰ ਹਨ। ਮਤਲਬ ਕਿ ਇੱਕ ਕੰਢੇ ਤੇ ਖੜੇ ਦੂਜਾ ਕੰਢਾ ਦਿਖਾਈ ਵੀ ਨਾ ਦੇਵੇ। ਅਥਾ ਹੈ ਵਹੰਦੇ, ਫਿਰ ਅਥਾ ਵਹੰਦੇ, ਕਿੰਨਾ ਹੀ ਪਾਣੀ ਇਹਨਾਂ ਦੇ ਵਿੱਚ, ਮਿਲੀਅਨ ਟ੍ਰਿਲੀਅਨਸ ਗੈਲਨ ਜਿਹੜਾ ਐਵਰੀ ਮਿੰਟ ਦੇ ਵਿੱਚ, ਹਰ ਇੱਕ ਮਿੰਟ ਦੇ ਵਿੱਚ ਲੰਘਦਾ ਹੈ। ਇੰਨਾ ਜ਼ਿਆਦਾ ਇਸ ਦਾ ਜਿਹੜਾ ਹਨ ਫਲੋ ਹੈ, ਇੰਨਾ ਹੈਵੀ ਫਲੋ
ਚੱਲ ਰਿਹਾ ਹੈ। ਸੋ ਐਸੇ ਦਰਿਆ ਜਿਹੜੇ ਨੇ ਜਿਨ੍ਹਾਂ ਦੇ ਨਾਲ ਉਪਜੀਵਕਾ ਵੀ ਹੋਈ, ਸਿਵਲਾਈਜੇਸ਼ਨ ਵੀ ਹੋਏ, ਇਹ ਸਾਰਾ ਪ੍ਰਮਾਤਮਾ ਦੇ ਇੱਕ ਸ਼ਬਦ ਦੇ ਨਾਲ ਹੀ ਹੋਇਆ। ਆਦ ਨਾ ਅੰਤ ਬੇਅੰਤ ਹੈ। ਦੇਖੋ ਉਸ ਪਾਣੀ ਦਾ ਆਦ ਕਿੱਥੋਂ ਆਉਂਦਾ ਹੈ। ਇਹ ਦਰਿਆ ਦੇ ਵਿੱਚ ਇੰਨਾ ਪਾਣੀ ਕਿਵੇਂ ਆ ਜਾਂਦਾ ਹੈ, ਕਿਵੇਂ ਚੱਲ ਰਿਹਾ ਹੈ, ਇਹਦਾ ਆਦ ਦਾ ਕੋਈ ਨਹੀਂ ਪਤਾ, ਅੰਤ ਵੀ ਕੋਈ ਨਹੀਂ ਪਤਾ। ਪਾਣੀ ਕਦੋਂ ਬੰਦ ਹੋਵੇਗਾ, ਕਦੋਂ ਇਹ ਪਾਣੀ ਜਿਹੜਾ ਹੈ ਇਹਨੇ ਸੁੱਕਣਾ ਹੈ। ਦੇਖੋ ਹੁਣ ਤੱਕ ਜਿੰਨੀਆਂ ਨਦੀਆਂ ਹਨ, ਜਿਵੇਂ ਹਿੰਦੁਸਤਾਨ ਦੀਆਂ ਵੀ ਹਨ, ਕਈ ਤਾਂ ਜਾਣ ਬੁੱਝ ਕੇ ਜਿਹੜਾ ਹਨ ਉਹਨਾਂ ਨੂੰ ਜਿਹੜਾ ਹੈ ਡਾਈਵਰਟ ਕਰ ਦਿੱਤਾ ਜਿਹੜਾ ਹਨ। ਸੋ ਕਈਆਂ ਨੂੰ ਜਿਹੜਾ ਹੈ ਉਹਨਾਂ ਨੇ ਨੈਚੁਰਲੀ ਆਪਣੇ ਕੰਢੇ ਬਦਲ ਲਏ, ਉਹਨਾਂ ਨੇ ਆਪਣੇ ਰਸਤੇ ਬਦਲ ਲਏ। ਸੋ ਇਸ ਤਰ੍ਹਾਂ ਕਰਕੇ ਕਹਿੰਦੇ ਕਿ ਆਦ ਤੇ ਅੰਤ ਜਿਹੜਾ ਹੈ ਕੋਈ ਨਹੀਂ ਪਤਾ ਲੱਗਦਾ, ਕਿਉਂਕਿ ਪਰਮਾਤਮਾ ਦੀ ਇਹ ਬੇਅੰਤ ਕੁਦਰਤ ਹੈ। ਆਦ ਨਾ ਅੰਤ ਬੇਅੰਤ ਹੈ। ਹਾਂਜੀ, ਅਗਮ ਅਗੋਚਰ ਫੇਰ ਫਿਰੰਦੇ। ਉਹ ਅਗਮ ਹੈ ਤੇ ਉਸ ਨੂੰ ਸਮਝਣ ਵਾਸਤੇ ਮਨ ਦੀ ਗਮਤਾ, ਮਨ ਦੀ ਸਮਝ ਤੋਂ ਉਹ ਗੱਲ ਪਰੇ ਹੈ। ਆਪਣੀ ਇੰਦਰੀਆਂ ਜਾਂ ਫਿਜ਼ੀਕਲੀ ਉਹ ਗੱਲ ਨੂੰ ਸਮਝਣਾ ਹੋਵੇ ਤਾਂ ਵੀ ਉਹ ਪਰੇ ਹੈ, ਫਿਜ਼ੀਕਲੀ ਵੀ ਨਹੀਂ ਕੋਈ ਸਮਝ ਸਕਦਾ। ਤੇ ਕਹਿੰਦੇ ਫੇਰ ਫਿਰੰਦੇ, ਕਹਿੰਦੇ ਇਹ ਜਿਹੜੇ ਫੇਰ ਫਿਰੰਦੇ ਉਹ ਗੱਲ ਫੇਰ ਮੁੜ ਕੇ ਉਵੇਂ ਹੀ ਹੋਈ ਜਾਂਦੀ ਹੈ, ਫੇਰ ਮੁੜ ਕੇ ਹੁੰਦੀ ਹੈ। ਤੇ ਕਈ ਥਾਵਾਂ ਤੇ ਜਿਹੜੇ ਹਨ, ਜਿਵੇਂ ਬਰਮੂਡਾ ਟ੍ਰਾਇੰਗਲ ਹੋਇਆ, ਉੱਥੇ ਜਿਹੜੇ ਹਨ ਘੁੰਮਣ ਘੇਰੀਆਂ ਹਨ। ਸੋ ਇਹ ਸਾਰੇ ਜਿਹੜੇ ਹਨ ਕਹਿੰਦੇ ਫੇਰ ਫਿਰੰਦੇ, ਇਹ ਮੁੜ ਕੇ ਹੁੰਦਾ ਹੈ। ਮੁੜ ਕੇ ਉਹ ਪਾਣੀ ਆਈ ਜਾਂਦਾ, ਫੇਰ ਆਉਂਦਾ, ਜਿਹੜਾ ਚਲਿਆ ਜਾਂਦਾ, ਆਉਂਦਾ, ਆਈ ਜਾਂਦਾ। ਸੋ ਇਹ ਸਾਰਾ ਇੱਕ ਜਿਹੜਾ ਪ੍ਰੋਸੈਸ ਹੈ, ਜਿਹਨੂੰ ਇਹ ਪ੍ਰੋਸੈਸ ਜਿਹੜਾ ਪਰਮਾਤਮਾ ਦੀ ਕੁਦਰਤ ਦਾ ਆਪਣੇ ਆਪ ਹੀ ਹੈ। ਅਲਖ ਅਪਾਰ ਵਖਾਣੀਐ। ਸੋ ਅਲਖ, ਸੋ ਉਹ ਲਖਣ ਤੋਂ ਪਰੇ ਉਹ ਪਰਮਾਤਮਾ ਜਿਹੜਾ ਹੈ, ਉਹ ਪਾਰਾਵਾਰ ਤੋਂ ਪਰੇ ਕਹਿੰਦੇ ਵਖਾਣੀਏ। ਇਸ ਕਰਕੇ ਤਾਂ ਉਹਦਾ ਵਿਖਿਆਨ ਇਸ ਤਰ੍ਹਾਂ ਹੁੰਦਾ ਹੈ ਨਾ, ਕਿਉਂਕਿ ਉਹਦੀ ਕੁਦਰਤ ਦੀ ਇੱਕ ਐਲੀਮੈਂਟ ਦਾ ਵੀ ਆਪਾਂ ਅੰਤ ਨਹੀਂ ਪਾ ਸਕਦੇ, ਤੇ ਫਿਰ ਸਮੁੱਚੀ ਕੁਦਰਤ ਦਾ ਅੰਤ ਪਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ। ਇਸ ਕਰਕੇ ਕਹਿੰਦੇ ਪਰਮਾਤਮਾ ਕਹਿੰਦੇ ਅਲਖ ਅਪਾਰ। ਇਹ ਸਾਰੀ ਕੁਦਰਤ ਇੱਕ ਗੱਲ ਦਾ ਪ੍ਰੂਫ ਦਿੰਦੀ ਹੈ ਕਿ ਪਰਮਾਤਮਾ ਜਿਹੜਾ ਹੈ ਉਹ ਅਲਖ ਤੇ ਅਪਾਰ ਹੈ। ਇਸ ਕਰਕੇ ਹੀ ਉਹਨੂੰ ਬੇਅੰਤ ਕਿਹਾ ਹੈ। ਪਾਰਾਵਾਰ ਨਾ ਪਾਰ ਲਹੰਦੇ। ਦੇਖੋ ਪਾਰਾਵਾਰ, ਕੋਈ ਪਾਰਾਵਾਰ, ਪਾਰ ਉਰਵਾਰ, ਤੇ ਕਹਿੰਦੇ ਪਾਰ ਨਾ ਪਾਰ ਲਹੰਦੇ, ਕਹਿੰਦੇ ਪਾਰਾਵਾਰ ਰੂਪ ਪਰਮੇਸ਼ਰ ਦਾ, ਉਸ ਦੀ ਕੁਦਰਤ ਦਾ ਫਿਰ ਵੀ ਕੋਈ ਪਾਰ ਨਹੀਂ ਜਿਹੜਾ ਕਰ ਸਕਦਾ ਵੀ ਇਹ ਗੱਲ ਇੱਥੇ ਮੁੱਕ ਗਈ ਹੈ। ਦੇਖੋ ਜੇ ਅਗਰ ਐਸੀ ਗੱਲ ਹੁੰਦੀ ਤਾਂ ਕਾਦਰ ਦੀ ਕੁਦਰਤ ਨੂੰ ਬੰਦਿਆਂ ਨੇ ਸਮਝ ਲਿਆ ਹੁੰਦਾ ਤਾਂ ਸਾਇੰਟਿਸਟ ਅੱਜ ਰੱਬ ਬਣੇ ਹੋਣੇ ਸੀਗੇ, ਤਾਂ ਸਾਇੰਟਿਸਟ ਦੇ ਜਿਹੜੀਆਂ ਅੱਜ ਕਿਤਾਬਾਂ ਬੰਦ ਹੋ ਜਾਣੀਆਂ ਸੀ ਲਿਖਣੀਆਂ, ਕਿਉਂਕਿ ਉਹਨਾਂ ਦੀ ਖੋਜ ਮੁੱਕ ਜਾਣੀ ਸੀ। ਉਹਨਾਂ ਨੇ ਕਿਹਾ ਅਸੀਂ ਅੰਤ ਲੱਭ ਲਿਆ, ਗੱਲੇ ਮੁੱਕ ਗਈ। ਪਰ ਜਿਹੜਾ ਵੀ ਸਾਇੰਟਿਸਟ ਉੱਠਦਾ ਹੈ ਉਹ ਆਪਣੇ ਵੱਲੋਂ ਤਾਂ ਆਪਣੀ ਜਿਹੜਾ ਹਨ ਰਿਸਰਚ ਕਰਕੇ ਗੱਲ ਦਾ ਅੰਤ ਕਰ ਦਿੰਦਾ ਹੈ, ਪਰ ਉਸ ਤੋਂ ਬਾਅਦ ਇੱਕ ਹੋਰ ਆ ਜਾਂਦਾ ਹੈ, ਉਸ ਤੋਂ ਬਾਅਦ ਖੋਜ ਹੋਰ ਅੱਗੇ ਚਲੀ ਜਾਂਦੀ ਹੈ। ਸੋ ਹੁਣ ਤਾਂ ਇਹ ਗੱਲ ਸਮਝ ਵਿੱਚ ਪੈ ਗਈ ਸਾਰਿਆਂ ਦੇ ਵੀ ਹਰ ਇੱਕ ਬੰਦਾ ਇੱਕ ਲੈਵਲ ਤੱਕ ਉਹ ਗੱਲ ਨੂੰ ਸਮਝਦਾ ਹੈ, ਉਸ ਤੋਂ ਬਾਅਦ ਦੂਸਰਾ ਆ ਜਾਂਦਾ, ਉਹ ਅੱਗੇ ਲੈ ਕੇ ਜਾਂਦਾ, ਉਹ ਅੱਗੇ ਲੈ ਕੇ ਜਾਂਦਾ। ਇਸੇ ਤਰ੍ਹਾਂ ਹੀ ਇਹ ਟੈਕਨੋਲੋਜੀ ਜਿਹੜੀ ਹੈ ਅੱਗੇ ਤੋਂ ਅੱਗੇ ਵੱਧ ਰਹੀ ਹੈ। ਤੇ ਦੇਖੋ ਉਹ ਵੀ ਗੱਲ ਭਾਈ ਗੁਰਦਾਸ ਨੇ ਆਪਾਂ ਨੂੰ ਸਮਝਾਈ ਹੈ, ਕਹਿੰਦੇ ਪਾਰਾਵਾਰ ਨਾ ਪਾਰ ਲਹੰਦੇ, ਕਹਿੰਦੇ ਅੱਜ ਤੱਕ ਵੀ ਉਹਦਾ ਪਾਰ ਨਹੀਂ ਆਉਣਾ, ਕਿਉਂਕਿ ਜੇ ਪਾਰ ਹੋ ਗਿਆ ਤਾਂ ਦੁਨੀਆ ਹੀ ਮੁੱਕ ਗਈ। ਜਿਹਨੇ ਇਸ ਦਾ ਅੰਤ ਪਾ ਲਿਆ ਉਹ ਤਾਂ ਰਾਜਾ ਬਣ ਗਿਆ, ਉਹ ਤਾਂ ਰੱਬ ਬਣ ਗਿਆ। ਸੋ ਐਸਾ ਤਾਂ ਹੋ ਨਹੀਂ ਸਕਦਾ, ਅੱਗੇ ਤੋਂ ਅੱਗੇ ਚੱਲੀ ਜਾਣਾ ਹੈ ਇਹ। ਲਹਿਰ ਤਰੰਗ ਨਿਸੰਗ ਲਖ। ਦੇਖੋ ਲਹਿਰਾਂ ਉੱਠਦੀਆਂ ਨੇ ਜੋ ਕਿ ਜਿਹੜਾ ਹਨ ਇਹ ਜਿਹੜਾ ਹਨ ਹਵਾ ਦੇ ਨਾਲ, ਹਵਾ ਜਦੋਂ ਚੱਲਦੀ ਹੈ ਤਾਂ ਸਮੁੰਦਰ ਤੋਂ ਲਹਿਰਾਂ ਉੱਠਦੀਆਂ ਹਨ। ਸੋ ਲਹਿਰਾਂ ਉੱਠ ਕੇ ਤਰੰਗ ਹੁੰਦੇ ਨੇ, ਬੁਲਬੁਲੇ ਬਣਦੇ ਨੇ, ਫਿਰ ਨਿਸੰਗ, ਕਹਿੰਦੇ ਇਹ ਸਾਰੇ ਹੀ ਨਿਸੰਗ ਜਿਹੜੇ ਹਨ ਬਣਦੇ ਤੇ ਟੁੱਟਦੇ ਨੇ। ਹੁਣ ਕੌਣ ਗਿਣਤੀ ਕਰ ਸਕਦਾ ਹੈ ਕਿ ਕਿੰਨੇ ਕੁ ਲਹਿਰਾਂ ਬਣੀਆਂ, ਕਿੰਨੇ ਕੁ ਬੁਲਬੁਲੇ ਬਣੇ, ਕਿੰਨੇ ਬਣੇ ਤੇ ਕਿੰਨੇ ਟੁੱਟੇ, ਕਹਿੰਦੇ ਇਹਦੀ ਗਿਣਤੀ ਕੋਈ ਨਹੀਂ ਕਰ ਸਕਦਾ। ਇਸੇ ਤਰ੍ਹਾਂ ਹੀ ਇਹ ਜੀਵ ਜਿਹੜੇ ਹਨ ਸੰਸਾਰ ਦੇ ਨੇ, ਇਹਨਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ। ਸਾਗਰ ਸੰਗਮ ਰੰਗ ਰਵੰਦੇ। ਫਿਰ ਦੇਖੋ ਇਹ ਜਿਹੜੇ ਹਨ ਸਾਰੇ ਹੀ ਨਦੀਆਂ, ਨਾਲੇ, ਦਰਿਆ ਜਿਹੜੇ ਹਨ ਜਾ ਕਰਕੇ ਸਮੁੰਦਰ ਵਿੱਚ ਰਲ ਜਾਂਦੇ ਨੇ। ਜਦੋਂ ਰਲਦੇ ਨੇ ਉਹਨਾਂ ਦੇ ਪਾਣੀ ਦਾ ਡਿਫਰੈਂਸ ਤਾਂ ਕਿਵੇਂ ਪਤਾ ਲੱਗੇ ਕਿਹੜਾ ਦਰਿਆ ਦਾ ਪਾਣੀ ਹੈ, ਕਿਹੜਾ ਸਮੁੰਦਰ ਦਾ ਪਾਣੀ ਹੈ, ਉਹ ਇੱਕਮਿਕ ਹੋ ਜਾਂਦੇ ਨੇ। ਇਸੇ ਕਰਕੇ ਸਾਗਰ ਸੰਗਮ, ਸਾਗਰ ਦੇ ਮੇਲ ਸੰਗਮ ਦੇ ਨਾਲ ਰੰਗ ਰਵੰਦੇ, ਕਹਿੰਦੇ ਉਹੀ ਰੰਗਾਂ ਦੇ ਵਿੱਚ ਉਹ ਵਗ ਤੁਰਦੇ ਨੇ, ਫਿਰ ਸਮੁੰਦਰ ਰੂਪ ਹੋ ਕੇ ਉਹ ਨਦੀ ਨਾਲੇ ਬਣ ਜਾਂਦੇ ਨੇ। ਹੁਣ ਦੇਖੋ ਇੱਕ ਨਦੀ ਜਿਹੜੀ ਹਨ ਇੱਕ ਖਾਲੇ ਤੋਂ, ਇੱਕ ਡਰੇਨ ਤੋਂ ਨਦੀ ਜਾਂਦਾ ਹੈ, ਨਦੀ ਤੋਂ ਦਰਿਆ, ਦਰਿਆ ਤੋਂ ਬਾਅਦ ਸਮੁੰਦਰ ਹੁੰਦਾ ਹੈ। ਸੋ ਦੇਖੋ ਹੁਣ ਇਹ ਇੰਨਾ ਜਿਹੜਾ ਹਨ ਇਹਦਾ ਰਸਤਾ ਬੜਾ ਲੰਮਾ ਸੀ,
ਉਹ ਪਾਣੀ ਨੂੰ, ਜਦੋਂ ਉਹ ਪਾਣੀ ਜਾ ਕੇ ਸਮੁੰਦਰ ਵਿੱਚ ਪਹੁੰਚ ਜਾਂਦਾ ਤਾਂ ਉਹ ਟਿਕ ਜਾਂਦਾ ਹੈ। ਇਸੇ ਤਰ੍ਹਾਂ ਹੀ ਭਾਈ ਗੁਰਦਾਸ ਨੇ ਸਮਝਾਇਆ, ਕਹਿੰਦੇ ਦੇਖੋ ਨਾ, ਇਹ ਭੱਜ ਨੱਠ ਤਾਂ ਉਦੋਂ ਤੱਕ ਹੀ ਹੁੰਦੀ ਹੈ ਜਦੋਂ ਤੱਕ ਪਾਣੀ ਸਮੁੰਦਰ ਵਿੱਚ ਨਹੀਂ ਜਾ ਟਿਕਦਾ, ਤੇ ਫਿਰ ਕਹਿੰਦੇ ਸਮੁੰਦਰ ਵਿੱਚ ਵੀ ਫਿਰ ਲਹਿਰਾਂ ਉੱਠਦੀਆਂ ਨੇ। ਪਰ ਦੇਖੋ ਇਹ ਬੰਦਾ ਜੇ ਕਿਤੇ ਪਰਮਾਤਮਾ ਰੂਪ ਸਮੁੰਦਰ ਵਿੱਚ ਜਾ ਸਮਾਵੇ ਤਾਂ ਇਹ ਉੱਥੇ ਜਾ ਕੇ ਟਿਕੇਗਾ, ਨਹੀਂ ਤਾਂ ਇਹਦਾ ਜਿਹੜਾ ਹਨ ਇਹਦਾ ਸਫ਼ਰ ਜਿਹੜਾ ਜਾਰੀ ਹੋ ਰਹਿੰਦਾ ਹੈ। ਰਤਨ ਪਦਾਰਥ ਲੱਖ ਲੱਖ ਮੁੱਲ। ਫਿਰ ਦੇਖੋ ਉਹ ਸਮੁੰਦਰ ਵਿੱਚ ਨਦੀਆਂ, ਨਾਲੇ, ਦਰਿਆ ਦਾ ਪਾਣੀ ਤਾਂ ਸਮੁੰਦਰ ਬਣ ਗਿਆ, ਤੇ ਉਹ ਸਮੁੰਦਰ ਵਿੱਚ ਕਿੰਨੇ ਰਤਨ ਹਨ, ਕਿੰਨੇ ਹੀ ਡਾਇਮੰਡਸ, ਪ੍ਰੈਸ਼ੀਅਸ ਸਟੋਨਸ ਹਨ, ਕਿੰਨਾ ਹੀ ਉਹਦੇ ਵਿੱਚ ਪ੍ਰੈਸ਼ੀਅਸ ਹੋਰ ਵੀ ਜਿਹੜੀਆਂ ਹਨ, ਕਿੰਨੀਆਂ ਹੀ ਚੀਜ਼ਾਂ ਹਨ। ਸੋ ਉਹ ਮੋਤੀ ਵੀ ਕਿੰਨੇ ਸੋਹਣੇ ਹਨ ਉਸ ਦੇ ਵਿੱਚ। ਰਤਨ ਪਦਾਰਥ ਲੱਖ ਲੱਖਾਂ ਹੀ ਹਨ, ਲੱਖ ਮੁੱਲ, ਲੱਖਾਂ ਹੀ ਮੁੱਲ ਵਾਲੇ ਨੇ ਜਿਹੜਾ ਹਨ, ਉਹਨਾਂ ਦਾ ਮੁੱਲ ਵੀ ਪਾਇਆ ਨਹੀਂ ਜਾਂਦਾ। ਮਿਲੀਅਨਸ ਉਹਨਾਂ ਦੀ ਕੀਮਤ, ਵੈਲਿਊ ਹੈ। ਦੇਖੋ ਉਹ ਵੀ ਸਮੁੰਦਰ ਵਿੱਚ ਹੀ ਬਣੇ, ਸਮੁੰਦਰ ਵਿੱਚ ਹੀ ਰਹੇ, ਤੇ ਸਮੁੰਦਰ ਦੇ ਵਿੱਚੋਂ ਜੋ ਜਾ ਕੇ ਡਾਈਵਰ ਬਣ ਕੇ ਜੋ ਉਹਨਾਂ ਤੱਕ ਪਹੁੰਚ ਸਕੇ ਤਾਂ ਉਹਨੂੰ ਹੀ ਮਿਲਦੇ ਹਨ, ਨਹੀਂ ਤਾਂ ਉਹ ਸਮੁੰਦਰ ਵਿੱਚ ਪਏ ਰਹਿੰਦੇ ਨੇ, ਉਹ ਉੱਥੇ ਬਣਦੇ ਨੇ ਤੇ ਉੱਥੇ ਪਏ ਰਹਿੰਦੇ ਨੇ। ਸੋ ਇਸ ਕਰਕੇ ਭਾਈ ਗੁਰਦਾਸ ਨੇ ਤੇ ਬੜਾ ਸੋਹਣਾ ਐਗਜ਼ਾਮਪਲ ਬਣਿਆ ਹੈ। ਅਮੁੱਲ ਨਾ ਤੁਲ ਤੁਲੰਦੇ। ਦੇਖੋ ਉਹ ਮੁੱਲ ਨੇ, ਉਹ ਕਿਸੇ ਦੇ ਤੁਲ, ਜਿਹੜੇ ਕਿਸੇ ਦੇ ਬਰਾਬਰ ਵੀ ਨਹੀਂ ਤੁਲੇ ਜਾਂਦੇ, ਕਿਸੇ ਦੇ ਬਰਾਬਰ ਵੀ ਉਹਨਾਂ ਨੂੰ ਇਕੁਅਲਲੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ਹਰ ਇੱਕ ਰਤਨ ਦੀ ਆਪਣੀ ਵੈਲਿਊ, ਆਪਣੀ ਕੀਮਤ ਹੁੰਦੀ ਹੈ। ਇਸੇ ਕਰਕੇ ਕਹਿੰਦੇ ਜਿਹੜਾ ਕਿ ਇਨਸਾਨ ਜਿਹੜਾ ਕਿ ਪਰਮਾਤਮਾ ਰੂਪ ਸਮੁੰਦਰ ਵਿੱਚ ਜਾ ਮਿਲਦਾ ਹੈ, ਉਸ ਨੂੰ ਸਮੁੰਦਰ ਵਿੱਚ ਮਿਲਣ ਕਰਕੇ ਉਸ ਨੂੰ ਜਿਹੜੇ ਗਿਆਨ ਜਿਹੜਾ ਹਨ, ਰਤਨ ਰੂਪੀ ਗਿਆਨ, ਰਤਨ ਰੂਪੀ ਜਿਹੜੇ ਹਨ ਉਹਨਾਂ ਦੇ ਵਿੱਚ ਗੁਣ ਆ ਜਾਂਦੇ ਨੇ। ਉਹ ਵਡਮੁੱਲੇ ਗੁਣ ਹੁੰਦੇ ਨੇ, ਜਿਹੜੇ ਗੁਣਾਂ ਦੀ ਫਿਰ ਕੀਮਤ ਪੈਂਦੀ ਹੈ, ਉਹ ਕੀਮਤ ਜਿਹੜੀ ਤੋਲੀ ਨਹੀਂ ਜਾਂਦੀ। ਸੋ ਦੇਖੋ ਸਭ ਤੋਂ ਵੱਡੀ ਕੀ ਜਿਹੜਾ ਹਨ ਗੁਣ ਬੰਦੇ ਵਿੱਚ ਕੀ ਹੈ, ਜਿਹਦੇ ਵਿੱਚ ਦੈਵੀ ਗੁਣ ਆ ਜਾਣ, ਸਤ ਸੰਤੋਖ ਦਇਆ ਧਰਮ ਵਿਚਾਰ ਆ ਜਾਣ, ਜਿਹਦੇ ਵਿੱਚ ਇਹ ਚੰਗੇ ਗੁਣ ਆ ਜਾਣ, ਤਾਂ ਕਹਿੰਦੇ ਉਹਦੇ ਵਰਗਾ ਫਿਰ ਕੋਈ ਨਹੀਂ ਹੁੰਦਾ। ਪਾਣੀ ਤਾਂ ਜਿਹੜਾ ਹੈ ਹਰ ਪਾਸਿਆਂ ਤੋਂ ਆਉਂਦਾ ਹੈ, ਪਰ ਕਹਿੰਦੇ ਜਿਹੜੇ ਸਮੁੰਦਰ ਦੇ ਵਿੱਚ ਜਿਵੇਂ ਇਹ ਰਤਨ ਹਨ, ਜੇ ਰਤਨ ਵਿੱਚ ਜਿਹੜਾ ਹਨ ਜਿਹੜੇ ਗੁਣਾਂ ਰੂਪੀ ਰਤਨ ਹੋ ਗਏ, ਨਾਮ ਰੂਪੀ ਰਤਨ ਜਿਹਨੂੰ ਮਿਲ ਗਿਆ, ਤਾਂ ਕਹਿੰਦੇ ਇਹਦੀ ਪਹਿਚਾਣ ਕਿਵੇਂ ਹੁੰਦੀ ਹੈ? ਜਿਵੇਂ ਕੋਈ ਪਾਰਖੂ ਕਰਦਾ ਹੈ, ਉਹ ਪਾਰਖੂ ਗੁਰੂ ਹੈ, ਗੁਰੂ ਹੀ ਜਿਹੜਾ ਹਨ ਉਸ ਨੂੰ ਪ੍ਰਗਟ ਕਰਕੇ ਉਸ ਨੂੰ ਵੈਲਿਊ ਦਿੰਦਾ ਹੈ। ਇਸ ਕਰਕੇ ਜਦੋਂ ਆਪਾਂ ਗੁਰੂ ਤੇ ਸਮਰਪਿਤ ਹੁੰਦੇ ਹਾਂ, ਜੋ ਗੁਰੂ ਨੂੰ ਆਪਣਾ ਆਪਣਾ ਸੀਸ ਭੇਟਾ ਕਰਕੇ, ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਖੰਡੇ ਬਾਟੇ ਅੰਮ੍ਰਿਤ ਦੀ ਦਾਤ ਬਖਸ਼ਣਾ ਕੀਤੀ, ਇਸੇ ਤਰ੍ਹਾਂ ਹੀ ਜਿਹੜਾ ਹੈ ਸੰਪੂਰਨਤਾ ਗੁਰੂ ਬਖਸ਼ਦਾ ਹੈ, ਇਹ ਗੁਰੂ ਤੋਂ ਮਿਲਦੀ ਹੈ। ਸੋ ਇਹ ਸਾਰਾ ਹੀ ਸਫ਼ਰ ਜਿਹੜਾ ਇਹ ਲਾਈਫ ਹੈ, ਇਹ ਜੀਵਨ ਹੈ, ਇਹ ਹਮੇਸ਼ਾ ਹੀ ਬਦਲਦਾ ਹੈ। ਇਹਦੇ ਲੋੜਾਂ ਵੀ ਬਦਲਦੀਆਂ ਹਨ, ਇਹਦੀਆਂ ਸਰਕਮਸਟੈਂਸਸ ਵੀ ਬਦਲਦੀਆਂ ਹਨ, ਇਹਦਾ এনवायरमेंट ਵੀ ਬਦਲਦਾ ਹੈ, ਸਭ ਕੁਝ ਬਦਲਦਾ ਹੈ। ਪਰ ਇੱਕ ਚੀਜ਼ ਕਿਤੇ ਵੀ ਨਹੀਂ ਬਦਲਣੀ ਚਾਹੀਦੀ, ਬੰਦੇ ਦਾ ਇਰਾਦਾ, ਬੰਦੇ ਦੇ ਵਿੱਚ ਜਿਹੜੇ ਗੁਣ ਨੇ, ਬੰਦੇ ਦੇ ਵਿੱਚ ਜਿਹੜਾ ਲਕਸ਼ ਹੁੰਦਾ ਹੈ ਵੀ ਮੈਂ ਇੱਥੋਂ ਤੱਕ ਪਹੁੰਚਣਾ ਹੈ, ਤਾਂ ਉਹ ਨਹੀਂ ਕਿਤੇ ਵੀ ਬਦਲਣਾ ਚਾਹੀਦਾ। ਉਹ ਪਰਮਾਤਮਾ ਦੇ ਵਿੱਚ ਵੀ ਆਪਣਾ ਧਿਆਨ ਰੱਖੇ, ਫੋਕਸ ਰੱਖੇ। ਤੇ ਇਸ ਕਰਕੇ ਜਿਹੜਾ ਭਾਈ ਗੁਰਦਾਸ ਜੀ ਅਖੀਰਲੀ ਜਿਹੜੀਆਂ ਲਾਈਨ ਵਿੱਚ ਦੱਸਦੇ ਹਨ, ਸਦਕੇ ਸਿਰਜਣਹਾਰ ਸਿਰੰਦੇ। ਕਹਿੰਦੇ ਦੇਖੋ ਉਹ ਮੈਂ ਸਦਕੇ ਜਾਂਦਾ ਹਾਂ, ਮੈਂ ਸੈਕਰੀਫਾਈਸ ਹੁੰਦਾ ਹਾਂ ਉਸ ਗੁਰੂ ਨੂੰ, ਕਹਿੰਦੇ ਸਿਰਜਣਹਾਰ ਸਿਰੰਦੇ, ਜੋ ਸਿਰਜਣਹਾਰ, ਜੋ ਉਹ ਪਰਮਾਤਮਾ ਨੂੰ ਜਿਹੜਾ ਹੈ ਮੈਨੂੰ ਦਰਸਾ ਦੇਵੇ, ਮੈਨੂੰ ਦਿਖਾ ਦੇਵੇ, ਜਿਹੜਾ ਪਰਮਾਤਮਾ ਨੂੰ ਮੈਨੂੰ ਮਿਲਾ ਦੇਵੇ। ਕਹਿੰਦੇ ਸਦਕੇ ਸਿਰਜਣਹਾਰ ਸਿਰੰਦੇ, ਮੈਂ ਉਹ ਸਿਰਜਣਹਾਰ ਪਰਮਾਤਮਾ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਇਹ ਸੰਸਾਰ ਨੂੰ ਬਣਾਇਆ, ਤੇ ਇਸ ਤਰੀਕੇ ਨਾਲ ਬਣਾਇਆ ਕਿ ਇਸ ਦੀ ਹਰ ਇੱਕ ਚੀਜ਼, ਹਰ ਇੱਕ ਜਿਹੜੀ ਬਣਾਵਟ ਹੈ ਉਸ ਨੂੰ ਹੀ ਪ੍ਰਗਟ ਕਰਦੀ ਹੈ, ਪਰਮਾਤਮਾ ਦੀ ਬੇਅੰਤਤਾ ਨੂੰ ਹੀ ਪ੍ਰਗਟ ਕਰਦੀ ਹੈ। ਇਸ ਕਰਕੇ ਮੈਂ ਆਪਣੇ ਆਪ ਨੂੰ ਕੁਰਬਾਨ ਕਰ ਦੇਵਾਂ, ਜਿਹਦੇ ਕਰਕੇ ਮੇਰੀ ਹਸਤੀ ਨਾ ਰਹਿ ਜਾਵੇ, ਕੇਵਲ ਉਹ ਹੀ ਉਹ ਰਹਿ ਜਾਵੇ, ਜਿਹਦੇ ਕਰਕੇ ਮੈਂ ਜਿਉਂਦਾ ਹਾਂ, ਮੇਰਾ ਜੀਵਨ ਰੂਪ ਪਰਮਾਤਮਾ ਹੀ ਰਹਿ ਜਾਵੇ, ਤੇ ਮੇਰਾ ਸਰੀਰ ਤਾਂ ਗਲਣਾ ਹੀ ਹੈ, ਇਹ ਤਾਂ ਇੱਕ ਸਮੇਂ ਦੇ ਵਿੱਚ ਹੈ। ਇਸ ਕਰਕੇ ਉਹ ਪਰਮਾਤਮਾ ਨੂੰ ਹੀ ਜਾਣਨਾ ਕਰਾਂ ਤੇ ਮੈਂ ਉਹਦੇ ਉੱਤੇ ਕੁਰਬਾਨ ਹੋਵਾਂ। ਰਤਨ ਪਦਾਰਥ ਲੱਖ ਲੱਖ ਮੁੱਲ, ਅਮੁੱਲ ਨਾ ਤੁਲ ਤੁਲੰਦੇ, ਸਦਕੇ ਸਿਰਜਣਹਾਰ ਸਿਰੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।